ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜਿਹੜੀਆਂ ਸਿੱਖ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਨੂੰ ਪਿਆਰ ਕਰਦੀਆਂ ਹਨ ਤੇ ਰੋਜ਼ਾਨਾ ਨੇਮ ਬਣਾ ਕੇ ਗੁਰੂ ਸਾਹਿਬ ਦੀ ਪਾਵਨ ਬਾਣੀ ਦਾ ਪਾਠ ਕਰਦੀਆਂ ਨੇ, ਉਹਨਾਂ ਸਿੱਖ ਸੰਗਤਾਂ ਵਾਸਤੇ ਇਹ ਜਿਹੜਾ ਪ੍ਰੋਗਰਾਮ ਆ ਬਹੁਤ ਹੀ ਲਾਹੇਵੰਦ ਆ। ਅੱਜ ਮੈਂ ਤੁਹਾਡੇ ਨਾਲ ਗੁਰੂ ਸਾਹਿਬ ਦੀ ਪਾਵਨ ਬਾਣੀ ਨੂੰ ਸਾਨੂੰ ਕਿਸ ਢੰਗ ਤਰੀਕੇ ਨਾਲ ਸ਼ੁੱਧ ਉਚਾਰਨ ਕਰਨਾ ਚਾਹੀਦਾ ਹੈ, ਸ਼ੁੱਧ ਪਾਠ ਕਰਨਾ ਚਾਹੀਦਾ ਹੈ, ਇੱਕ ਬਹੁਤ ਹੀ ਕਮਾਲ ਦਾ ਜਿਹੜਾ ਨੁਕਤਾ ਹੈ ਉਹ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਤੇ ਬੇਨਤੀ ਕਰਨਾ ਚਾਹਾਂਗਾ, ਬਹੁਤ ਹੀ ਠਰਮੇ ਨਾਲ ਇਹਨੂੰ ਆਪ ਵੀ ਸੁਣਨਾ, ਦੇਖਣਾ, ਸਮਝਣਾ। ਅਤੇ ਜਿਵੇਂ ਮੈਂ ਅਕਸਰ ਬੇਨਤੀ ਕਰਦਾ ਹੁੰਨਾ ਵੀ ਇਹ ਜਿਹੜਾ ਪ੍ਰੋਗਰਾਮ ਆ ਇਹਨੂੰ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਹੈ ਸੰਗਤ ਨਾਲ ਜਿਹੜਾ ਹੈ ਉਹ ਸ਼ੇਅਰ ਜ਼ਰੂਰ ਕਰਨਾ ਹੈ, ਕਿਉਂਕਿ ਗੁਰਬਾਣੀ ਦੇ ਐਸੇ ਪ੍ਰੋਗਰਾਮਾਂ ਨੂੰ ਘਰ ਘਰ ਵਿੱਚ ਪਹੁੰਚਾਉਣਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸੇਵਾ ਹੈ ਸੰਗਤ ਜੀ। ਤੋਂ ਇਹਨੂੰ ਹੁਣ ਮਿਸ ਨਾ ਕਰਿਓ, ਸੁਣਿਓ ਧਿਆਨ ਦੇ ਨਾਲ। ਹੁਣ ਆ ਜਿਹੜਾ ਸ਼ਬਦ ਆ ਤੁਸੀਂ ਦੇਖ ਰਹੇ ਹੋ, ਇਹ ਸ਼ਬਦ ਆ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਨੁਕਤੇ ਨੂੰ ਬਹੁਤ ਧਿਆਨ ਦੇ ਕੇ ਸੁਣਿਓ ਜੀ। ਤੇ ਇਹ ਨੁਕਤਾ ਇਹ ਆ, ਤੁਸੀਂ ਅਕਸਰ ਹੀ ਗੁਰਬਾਣੀ ਦਾ ਪਾਠ ਜਿਹੜਾ ਹੈ ਉਹ ਸਰਵਣ ਕਰਦੇ ਹੋਵੋਗੇ। ਸ੍ਰੀ ਦਰਬਾਰ ਸਾਹਿਬ ਤੋਂ ਰੋਜ਼ ਅਸੀਂ ਕੀਰਤਨ ਦਾ ਪ੍ਰੋਗਰਾਮ ਵੀ ਸਰਵਣ ਕਰਦੇ ਹਾਂ, ਗੁਰਬਾਣੀ ਦਾ ਪਾਠ ਵੀ ਉੱਥੇ ਗ੍ਰੰਥੀ ਸਾਹਿਬਾਨਾਂ ਪਾਸੋਂ ਅਸੀਂ ਸਰਵਣ ਕਰਦੇ ਹਾਂ। ਫਿਰ ਆਮ ਕਰਕੇ ਗੁਰਬਾਣੀ ਦਾ ਪਾਠ ਗੁਰਦੁਆਰਿਆਂ ਦੇ ਵਿੱਚ ਗ੍ਰੰਥੀ ਸਾਹਿਬਾਨ ਪੜ੍ਹਦੇ ਆ, ਫਿਰ ਰਾਗੀ ਸਿੰਘ ਕੀਰਤਨ ਵੀ ਕਰਦੇ ਆ, ਕਥਾਵਾਚਕ ਕਥਾ ਵੀ ਕਰਦੇ ਆ। ਤੁਸੀਂ ਇੱਕ ਨੁਕਤਾ ਕਦੀ ਤੁਸੀਂ ਨੋਟ ਕੀਤਾ ਹੋਵੇ, ਜਦੋਂ ਵੀ ਕੋਈ ਵੀ ਸਿੱਖ ਸੱਜਣ ਜਿਹੜਾ ਹੈ ਗੁਰੂ ਸਾਹਿਬ ਦੀ ਬਾਣੀ ਦਾ ਪਾਠ ਕਰਦਾ ਹੈ ਜੀ, ਤੇ ਪਾਠ ਕਰਨ ਲੱਗਿਆ ਕੋਈ ਵੀ ਸ਼ਬਦ ਜਦੋਂ ਅਸੀਂ ਪ੍ਰੋਨਾਉਂਸ ਕਰ ਰਹੇ ਹਾਂ, ਉਸ ਸ਼ਬਦ ਦੇ ਜਦੋਂ ਅਖੀਰਲੇ ਅੱਖਰ ਨੂੰ ਲੱਗੀ ਹੋਈ ਸਿਹਾਰੀ ਦੀ ਮਾਤਰਾ ਅਤੇ ਉਸ ਸ਼ਬਦ ਦੇ ਅਖੀਰਲੇ ਅੱਖਰ ਨੂੰ ਲੱਗੀ ਹੋਈ ਔਂਕੜ ਦੀ ਜਿਹੜੀ ਮਾਤਰਾ, ਇੱਥੇ ਜਗ ਔਂਕੜ ਦੀ ਜਿਹੜੀ ਮਾਤਰਾ ਹੈ ਸੰਗਤ ਜੀ, ਨੁਕਤਾ ਇਹ ਆ ਵੀ ਅਖੀਰਲੇ ਅੱਖਰ ਨੂੰ ਲੱਗੀ ਹੋਈ ਸਿਹਾਰੀ ਦੀ ਮਾਤਰਾ ਤੇ ਔਂਕੜ ਦੀ ਜਿਹੜੀ ਮਾਤਰਾ ਹੈ ਉਹ ਆਪਾਂ ਪ੍ਰੋਨਾਉਂਸ ਨਹੀਂ ਕਰਦੇ। ਕਿਸੇ ਵੀ ਤੁਸੀਂ ਕਥਾਵਾਚਕ ਤੋਂ ਤੁਸੀਂ ਕਥਾ ਸੁਣ ਲਿਓ, ਕਿਸੇ ਗੁਰਬਾਣੀ ਦਾ ਪਾਠ ਕਰਨ ਵਾਲੇ ਸੁਲਝੇ ਹੋਏ ਗ੍ਰੰਥੀ ਸਿੰਘ ਤੋਂ ਪਾਠ ਸਰਵਣ ਕਰ ਲਿਓ, ਗੁਰਬਾਣੀ ਦਾ ਕੀਰਤਨ ਕਰਨ ਵਾਲੇ ਰਾਗੀ ਸਿੰਘਾਂ ਤੋਂ ਕੀਰਤਨ ਸਰਵਣ ਕਰ ਲਿਓ। ਤੁਸੀਂ ਦੇਖਿਓ ਵੀ ਸ਼ਬਦ ਦਾ ਜਿਹੜਾ ਅਖੀਰਲਾ ਅੱਖਰ ਆ ਨਾ, ਜਿੱਦਾਂ ਇਹ ਸ਼ਬਦ ਲਿਖਿਆ ਹੋਇਆ ਹੈ, ਦੱਦੇ ਨੂੰ ਔਂਕੜ ਦੀ ਮਾਤਰਾ, ਰਾਰਾ ਮੰਮਾ, ਫਿਰ ਤੱਤੇ ਨੂੰ ਸਿਹਾਰੀ ਦੀ ਮਾਤਰਾ। ਇਹ ਪਾਠ ਕੀ ਹੈ ਜੀ? ਇਹਦਾ ਕਿਵੇਂ ਪਾਠ ਕਰਾਂਗੇ ਅਸੀਂ? ਇਹਦਾ ਪਾਠ ਇੱਦਾਂ ਹੀ ਕਰਾਂਗੇ ਨਾ ਜੀ, ਦੁਰਮਤ ਦੁਰਮਤ। ਤੱਤੇ ਦੀ ਜਿਹੜੀ ਸਿਹਾਰੀ ਦੀ ਮਾਤਰਾ ਹੈ ਇੱਥੇ ਇਹ ਸਾਇਲੈਂਟ ਰਹਿ ਗਈ ਆ। ਇੱਥੇ ਹੁਣ ਸ਼ਬਦ ਦਾ ਹਉ ਢੁਢੇਂਦੀ ਜਗ, ਇਹਨੂੰ ਜਗੋ ਤਾਂ ਨਹੀਂ ਨਾ ਜੀ ਅਸੀਂ ਪੜ੍ਹਿਆ। ਇਹਦਾ ਪਾਠ ਕੀ ਅਸੀਂ ਪ੍ਰੋਨਾਉਂਸ ਕੀਤਾ ਜੀ? ਜੱਜਾ ਗੱਗਾ। ਗੱਗੇ ਦੇ ਪੈਰ ਜਿਹੜੀ ਔਂਕੜ ਦੀ ਮਾਤਰਾ ਤੇ ਸਾਇਲੈਂਟ ਰਹਿ ਗਈ, ਅਸੀਂ ਉਚਾਰਨ ਨਹੀਂ ਕੀਤੀ। ਇਸ ਗੱਲ ਨੂੰ ਸਮਝੋ, ਗੁਰਬਾਣੀ ਦਾ ਉਚਾਰਨਾਤਮਕ ਇੱਕ ਪੱਖ ਆ, ਗੁਰਬਾਣੀ ਦਾ ਅਰਥਾਤਮਕ ਇਹ ਦੂਜਾ ਪੱਖ ਆ। ਜਾਨੀ ਕਿ ਗੁਰਬਾਣੀ ਜਿਹੜੀ ਹੈ ਇਹ ਦੋ ਪੱਖਾਂ ਤੋਂ ਆ। ਹਾਲਾਂਕਿ ਚਲੋ ਹੋਰ ਵੀ ਬਹੁਤ ਸਾਰੇ ਪੱਖ ਆ, ਪਰ ਜੇਕਰ ਅਸੀਂ ਗੁਰਬਾਣੀ ਦੇ ਸ਼ੁੱਧ ਉਚਾਰਨ ਦੀ ਗੱਲ ਕਰਦੇ ਹਾਂ ਤੇ ਫਿਰ ਅਸੀਂ ਗੁਰਬਾਣੀ ਨੂੰ ਦੋ ਪੱਖਾਂ ਤੋਂ ਵੇਖਦੇ ਹਾਂ। ਹੁਣ ਇੱਕ ਸਵਾਲ ਤੁਹਾਡੇ ਮਨ ਵਿੱਚ ਬਦੋ ਬਦੀ ਆਇਆ ਹੋਵੇਗਾ ਵੀ ਜੇਕਰ ਕੋਈ ਵੀ ਸ਼ਬਦ ਆ, ਜਿੱਦਾਂ ਇਹ ਸ਼ਬਦ ਆ ਪ੍ਰਸਾਦ, ਪ੍ਰਸਾਦ, ਸੱਸੇ ਦੀ ਕੰਨੇ ਦੀ ਮਾਤਰਾ ਅਸੀਂ ਪ੍ਰੋਨਾਉਂਸ ਕਰ ਰਹੇ ਹਾਂ ਪ੍ਰਸਾਦ ਸਾਦ, ਪਰ ਦੱਦੇ ਦੀ ਜਿਹੜੀ ਸਿਹਾਰੀ ਦੀ ਮਾਤਰਾ ਹੈ ਇਹ ਅਸੀਂ ਪ੍ਰੋਨਾਉਂਸ ਨਹੀਂ ਕਰ ਰਹੇ। ਮੈਂ ਇੱਥੇ ਇਹ ਵੀ ਬੇਨਤੀ ਕਰਨਾ ਚਾਹਾਂਗਾ, ਹਾਲਾਂਕਿ ਜਦੋਂ ਜਿਹੜੇ ਸਿੰਘ ਸਾਹਿਬਾਨ, ਜਿਹੜੇ ਪਾਠੀ ਸਿੰਘ, ਜਿਹੜੇ ਗ੍ਰੰਥੀ ਸਾਹਿਬਾਨ ਟਕਸਾਲ ਵਿੱਚੋਂ ਸੰਥਿਆ ਲੈਂਦੇ ਆ, ਜਿਹੜੀ ਸਾਡੀ ਟਕਸਾਲ ਆ, ਚਾਹੇ ਉਹ ਮਹਿਤਾ ਚੌਂਕ ਵਾਲੀ ਟਕਸਾਲ ਆ, ਚਾਹੇ ਕਿਤੇ ਵੀ ਆ ਟਕਸਾਲ, ਹਨਾ, ਉੱਥੇ ਜ਼ਰੂਰ ਜਿਹੜੇ ਉਹ ਵਿਦਵਾਨ ਸੱਜਣ ਆ ਉਹ ਸਾਨੂੰ ਦੱਸਦੇ ਆ ਵੀ ਅਖੀਰ ਦੀ ਜਿਹੜੀ ਸਿਹਾਰੀ ਦੀ ਮਾਤਰਾ ਹੈ ਜਾਂ ਔਂਕੜ ਦੀ ਮਾਤਰਾ ਹੈ, ਇਹਨੂੰ ਅਸੀਂ ਉਚਾਰਨ ਕਰਨਾ ਹੈ।
ਇਹਦੇ ਤੇ ਦਬਾਅ ਪਾ ਕੇ ਉਚਾਰਨ ਕਰਨਾ ਹੈ। ਜਗ ਗ ਉਹਦੇ ਤੇ ਦਬਾਅ ਪਾ ਕੇ ਪ੍ਰੋਨਾਉਂਸ ਕਰਨਾ ਹੈ। ਦੁਰਮਤੇ ਇਦਾਂ ਪਾਠ ਉਚਾਰਨ ਕਰਨਾ ਹੈ। ਪਰ ਮੈਂ ਆਪਣੇ ਆਪ ਵਿੱਚ ਇੱਕ ਗੱਲ ਨੋਟਿਸ ਕੀਤੀ ਆ, ਤੁਸੀਂ ਵੀ ਕਰਕੇ ਦੇਖਿਓ। ਦਰਬਾਰ ਸਾਹਿਬ ਤੋਂ ਰੋਜ਼ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਹੁੰਦਾ ਜੀ। ਰਹਿਰਾਸ ਸਾਹਿਬ ਦਾ ਪਾਠ ਜਿਹੜੇ ਸਿੰਘ ਸਾਹਿਬਾਨ ਉੱਥੇ ਕਰ ਰਹੇ ਹੁੰਦੇ ਆ, ਉਹਨਾਂ ਨੂੰ ਧਿਆਨ ਨਾਲ ਸੁਣਿਓ। ਥੱਲੇ ਥੱਲੇ ਸਕਰੀਨ ਦੇ ਉੱਤੇ ਸ਼ਬਦ ਵੀ ਆ ਰਹੇ ਆ ਲਿਖੇ ਹੋਏ, ਉੱਥੇ ਪਾਠ ਉਹਨਾਂ ਨੂੰ ਧਿਆਨ ਦੇ ਨਾਲ ਸਰਵਣ ਉਹ ਪਾਠ ਕਰਿਓ। ਉਹ ਜਦੋਂ ਉਚਾਰਨ ਕਰਦੇ ਆ ਤੇ ਅਖੀਰਲੇ ਅੱਖਰ ਦੀ ਜਿਹੜੀ ਸਿਹਾਰੀ ਦੀ ਮਾਤਰਾ ਹੈ ਜਾਂ ਅਖੀਰਲੇ ਅੱਖਰ ਨੂੰ ਲੱਗੀ ਹੋਈ ਔਂਕੜ ਦੀ ਜਿਹੜੀ ਮਾਤਰਾ ਹੈ ਉਹ ਪ੍ਰੋਨਾਉਂਸ ਨਹੀਂ ਉਹ ਕਰਦੇ। ਬੇਸ਼ੱਕ ਤੇ ਜਦੋਂ ਆਪਾਂ ਸੰਥਿਆ ਲੈਨੇ ਆਪਾਂ ਨੂੰ ਦੱਸਿਆ ਜਾਂਦਾ, ਪਰ ਇੱਕ ਜਿਹੜਾ ਮੈਂ ਸਮਝਦਾ ਵੀ ਸਭ ਪਾਸੇ ਜਿਹੜਾ ਇੱਕ ਗੁਰਬਾਣੀ ਦਾ ਜਿਹੜਾ ਇੱਕ ਉਚਾਰਨ ਆ, ਉਹ ਜਿਹੜਾ ਇੱਕ ਉਚਾਰਨ ਚੱਲ ਰਿਹਾ ਹੈ, ਜੇ ਆਪਾਂ ਉਹ ਸਮੁੱਚਾ ਗੁਰਬਾਣੀ ਦਾ ਉਚਾਰਨ ਵੇਖੀਏ ਤੇ ਉਹ ਇਸੇ ਹੀ ਢੰਗ ਦੇ ਨਾਲ ਕੀਤਾ ਜਾ ਰਿਹਾ ਹੈ। ਕਿਸੇ ਵੀ ਪਾਠੀ ਸਿੰਘ ਦਾ ਤੁਸੀਂ ਪਾਠ ਸੁਣ ਲੈਣਾ, ਗ੍ਰੰਥੀ ਸਾਹਿਬਾਨ ਦੀ ਤੁਸੀਂ ਗ੍ਰੰਥੀ ਸਾਹਿਬਾਨ ਦਾ ਪਾਠ ਸੁਣ ਲੈਣਾ, ਕਿਸੇ ਰਾਗੀ ਸਿੰਘ ਤੋਂ ਕੀਰਤਨ ਕਰਦਿਆਂ ਨੂੰ ਸੁਣ ਲੈਣਾ, ਕਿਸੇ ਵੀ ਸੁਲਝੇ ਹੋਏ ਵਿਦਵਾਨ ਤੋਂ ਕਥਾ ਸੁਣ ਲੈਣਾ। ਜਦੋਂ ਗੁਰਬਾਣੀ ਦੇ ਪ੍ਰਮਾਣ ਦਿੰਦੇ ਆ ਤੇ ਤੁਸੀਂ ਦੇਖਣਾ ਵੀ ਕੋਈ ਐਸਾ ਵਿਦਵਾਨ ਗਿਆਨੀ ਹੈ ਜਿਹੜਾ ਅਖੀਰਲੇ ਅੱਖਰ ਦੀ ਸਿਹਾਰੀ ਜਾਂ ਔਂਕੜ ਦੀ ਜਿਹੜੀ ਮਾਤਰਾ ਉਚਾਰਨ ਕਰਦਾ ਹੋਵੇ। ਪਰ ਇੱਕ ਜਿਹੜਾ ਸਵਾਲ ਆ ਇੱਥੇ ਖੜਾ ਹੁੰਦਾ ਜੀ, ਉਹ ਸਵਾਲ ਇਹ ਆ, ਤੁਹਾਡੇ ਮਾਈਂਡ 'ਚ ਵੀ ਆਇਆ ਹੋਵੇਗਾ ਵੀ ਜੇਕਰ ਸ਼ਬਦ ਦੇ ਅਖੀਰਲੇ ਅੱਖਰ ਨੂੰ ਲੱਗੀ ਹੋਈ ਸਿਹਾਰੀ ਦੀ ਮਾਤਰਾ ਜਾਂ ਔਂਕੜ ਦੀ ਜਿਹੜੀ ਮਾਤਰਾ ਹੈ ਇਹ ਅਸੀਂ ਉਚਾਰਨ ਨਹੀਂ ਕਰਨੇ, ਤਾਂ ਫਿਰ ਗੁਰੂ ਪਾਤਸ਼ਾਹ ਨੇ ਇਹ ਸਿਹਾਰੀ ਦੀ ਮਾਤਰਾ ਜਾਂ ਔਂਕੜ ਦੀ ਜਿਹੜੀ ਮਾਤਰਾ ਹੈ ਉਹ ਲਗਾਈ ਕਿਉਂ ਹੋਈ ਆ? ਇੱਕ ਬੜਾ ਵੱਡਾ ਸਵਾਲ ਆ, ਕਿਉਂ ਲਗਾਈ ਹੋਈ ਆ ਜੀ? ਤੇ ਇਹਦਾ ਉੱਤਰ ਮੈਂ ਇੰਜ ਦਿੰਦਾ ਹੁੰਨਾ, ਜਿੰਨੇ ਵੀ ਸਾਡੇ ਵਿਦਵਾਨ ਸੱਜਣ ਆ ਜਿਹੜੇ ਗੁਰਬਾਣੀ ਦੇ ਗਿਆਤਾ ਨੇ ਉਹਨਾਂ ਨੂੰ ਪਤਾ ਹੈ, ਜਦੋਂ ਅਸੀਂ ਗੁਰਬਾਣੀ ਦਾ ਅਰਥਾਤਮਕ ਪੱਖ ਦੇਖਾਂਗੇ ਨਾ ਸੰਗਤ ਜੀ, ਤੇ ਅਰਥਾਤਮਕ ਪੱਖ ਦੇ ਵਿੱਚ ਆਉਂਦੀ ਹੈ ਜੀ ਗੁਰਬਾਣੀ ਵਿਆਕਰਣ ਦਾ ਪੱਖ। ਜਦੋਂ ਤੁਸੀਂ ਗੁਰਬਾਣੀ ਦੇ ਇਹਨਾਂ ਸ਼ਬਦਾਂ ਦਾ ਅਰਥ ਕਰੋਗੇ ਤੇ ਅਰਥ ਕਰਨ ਲੱਗਿਆ ਆ ਜਿਹੜੀ ਦੱਦੇ ਨੂੰ ਲੱਗੀ ਹੋਈ ਸਿਹਾਰੀ ਦੀ ਮਾਤਰਾ ਹੈ, ਆ ਜਗ ਗੱਗੇ ਦੀ ਲੱਗੀ ਹੋਈ ਔਂਕੜ ਦੀ ਮਾਤਰਾ ਹੈ, ਫਿਰ ਇਹ ਅਰਥ ਕਰਨ ਵਿੱਚ ਉਸ ਵਕਤ ਸਹਾਇਕ ਹੋਣਗੇ। ਇਹ ਮਾਤਰਾਵਾਂ ਮੈਂ ਬੇਨਤੀ ਕਰਨਾ ਚਾਹਾਂਗਾ ਵੀ ਐਵੇਂ ਨਹੀਂ ਗੁਰੂ ਪਾਤਸ਼ਾਹ ਨੇ ਗੁਰਬਾਣੀ ਵਿੱਚ ਲਾਈਆਂ ਹੋਈਆਂ। ਜੇ ਅਸੀਂ ਇਹਦਾ ਉਚਾਰਨ ਨਹੀਂ ਵੀ ਕਰਦੇ, ਜੇ ਆਪਾਂ ਮੰਨ ਲਈਏ ਸਮੁੱਚੇ ਤੌਰ ਤੇ ਆਪਾਂ ਉਚਾਰਨ ਨਹੀਂ ਵੀ ਕਰਦੇ, ਮੂਲ ਮੰਤਰ ਦਾ ਤੁਸੀਂ ਪਾਠ ਕਰਦੇ ਹੋ, ਇੱਕ ਓੰਕਾਰ ਸਤ ਨਾਮ, ਉੱਥੇ ਨੰਨੇ ਨੂੰ ਕੰਨਾ ਮੰਮੇ ਦੇ ਪੈਰ 'ਚ ਔਂਕੜ ਦੀ ਮਾਤਰਾ ਸੀ, ਨਾਮੋ ਨਹੀਂ ਨਾ ਪੜਿਆ ਜੀ। ਇਸੇ ਤਰ੍ਹਾਂ ਅੱਗੇ ਚੱਲੋ, ਕਰਤਾ ਪੁਰਖ, ਅਸੀਂ ਪੁਰਖੋਂ ਨਹੀਂ ਨਾ ਪੜਦੇ, ਪੁਰਖ ਪੜਦੇ ਪੱਪੇ ਨੂੰ ਔਂਕੜ ਦੀ ਮਾਤਰਾ, ਰਾਰਾ ਖੱਖੇ ਨੂੰ ਔਂਕੜ ਦੀ ਮਾਤਰਾ ਲੱਗੀ ਹੋਈ ਆ। ਅਸੀਂ ਪੁਰਖੋਂ ਨਹੀਂ ਪੜਿਆ, ਪੁਰਖ ਪੜਿਆ ਨਾ ਜੀ। ਇਸੇ ਤਰ੍ਹਾਂ ਨਿਰਭਉ ਨਿਰਵੈਰ, ਨਿਰਵੈਰ ਨਿਰਵੈਰੂ ਨਹੀਂ ਨਾ ਪੜਿਆ, ਨਿਰਵੈਰ ਹੀ ਪੜਦੇ ਆ ਨਾ, ਰਾਰੇ ਦੇ ਪੈਰ 'ਚ ਔਂਕੜ ਦੀ ਮਾਤਰਾ। ਇਸੇ ਤਰ੍ਹਾਂ ਸੰਗਤ ਜੀ ਅਕਾਲ ਮੂਰਤ, ਮੂਰਤ ਤੱਤੇ ਦੀ ਜਿਹੜੀ ਸਿਹਾਰੀ ਦੀ ਮਾਤਰਾ ਹੈ ਉੱਥੇ ਅਸੀਂ ਮੂਰਤੇ ਇਸ ਢੰਗ ਨਾਲ ਨਹੀਂ ਨਾ ਪੜਿਆ, ਨਾ ਮੂਰਤੀ ਪੜਿਆ, ਤੱਤੇ ਦੀ ਸਿਹਾਰੀ ਦੀ ਮਾਤਰਾ ਉੱਤੇ ਸਾਇਲੈਂਟ ਰਹਿ ਗਈ। ਇਸੇ ਤਰ੍ਹਾਂ ਆਦ ਸੱਚ, ਚੱਚੇ ਦੇ ਪੈਰ ਚੌਂਕੜ ਦੀ ਮਾਤਰਾ ਹੈ, ਆਦ ਦੱਦੇ ਨੂੰ ਸਿਹਾਰੀ ਦੀ ਮਾਤਰਾ ਹੈ, ਅਸੀਂ ਪ੍ਰੋਨਾਉਂਸ ਨਹੀਂ ਕੀਤਾ। ਪਰ ਜਦੋਂ ਤੁਸੀਂ ਇਹਨਾਂ ਸਾਰੇ ਹੀ ਸ਼ਬਦਾਂ ਦੇ ਮੀਨਿੰਗ ਕਰੋਗੇ, ਅਰਥ ਕਰੋਗੇ, ਤੁਸੀਂ ਪ੍ਰੋਫੈਸਰ ਸਾਹਿਬ ਸਿੰਘ ਜੀ ਹੋਣਾ ਦਾ ਟੀਕਾ ਲੈ ਕੇ ਪੜ੍ਹ ਲੈਣਾ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਉਹਨਾਂ ਦਾ ਟੀਕਾ ਲੈ ਕੇ ਪੜ੍ਹ ਲੈਣਾ, ਜਾਂ ਫਿਰ ਫਰੀਦ ਕੋਟੀਆਂ ਵਾਲਾ ਟੀਕਾ ਪੜ੍ਹ ਲੈਣਾ, ਕਿਸੇ ਵੀ ਵਿਦਵਾਨ ਸੱਜਣ ਦਾ ਟੀਕਾ ਪੜ੍ਹ ਲੈਣਾ। ਜਦੋਂ ਉਹ ਅਰਥ ਕਰਨਗੇ ਤੇ ਅਰਥ ਕਰਨ ਲੱਗਿਆ ਇਹ ਔਂਕੜ ਦੀ ਮਾਤਰਾ ਜਾਂ ਫਿਰ ਸਿਹਾਰੀ ਦੀ ਜਿਹੜੀ ਮਾਤਰਾ ਹੈ ਉੱਥੇ ਅਰਥ ਕਰਨ ਵਿੱਚ ਸਹਾਇਕ ਹੋਏਗੀ। ਜਿੱਦਾਂ ਆਪਾਂ ਅਰਥ ਕਰ ਲੈਂਦੇ ਆ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਪ੍ਰਸਾਦ ਦਾ ਅਰਥ ਕੀ ਹੁੰਦਾ ਜੀ? ਪ੍ਰਸਾਦ ਦਾ ਅਰਥ ਹੁੰਦਾ ਕਿਰਪਾ, ਤੇ ਦੱਦੇ ਦੀ ਸਿਹਾਰੀ ਇਹ ਇੱਥੇ ਅਰਥ ਕਰ ਰਹੀ ਆ ਕਿਰਪਾ ਦੁਆਰਾ, ਜਾਣੀ ਕਿ ਇੱਕ ਓੰਕਾਰ ਦੀ ਜਿਹੜੀ ਪ੍ਰਾਪਤੀ ਆ, ਸਤ ਦੀ ਜਿਹੜੀ ਪ੍ਰਾਪਤੀ ਆ ਉਹ ਗੁਰੂ ਦੀ ਕਿਰਪਾ ਦੁਆਰਾ ਸਾਨੂੰ ਹੋਣੀ ਆ। ਇਸੇ ਤਰ੍ਹਾਂ ਜਿਨ੍ਹਾਂ ਦਿਸੰਦੜਿਆ ਦੁਰਮਤ ਵੰਜੈ, ਦੁਰਮਤ, ਦੁਰਮਤ ਜਿਹੜੀ ਭੈੜੀ ਮਤ ਹੈ, ਤੱਤੇ ਦੀ ਜਿਹੜੀ ਸਿਹਾਰੀ ਆ ਇੱਥੇ ਅਰਥ ਕਰ ਰਹੀ ਆ ਵੀ ਜਿਹੜਾ ਦੁਰਮਤ ਵਰਡ ਹੈ
ਇਹ ਇਸਤਰੀਲਿੰਗਵਾਚੀ ਫੈਮਿਨਨ ਵਰਡ ਹੈ। ਇਸੇ ਤਰ੍ਹਾਂ ਹਾਊ ਟੁਡੇ ਦੀ ਜਗ ਸਵਾਇਆ, ਜਗ ਜਿਹੜਾ ਪਾਠ ਆ, ਜਗ ਇਹ ਕਲੈਕਟਿਵ ਨਾਊਨ ਆ ਜੀ। ਤੇ ਗੱਗੇ ਦੀ ਜਿਹੜੀ ਸਿਆਰੀ ਆ ਇੱਥੇ ਅਰਥ ਕਰ ਰਹੀ ਆ ਵੀ ਇਹ ਇੱਕ ਵਚਨ ਨਾਲ ਇਹ ਪੁਲਿੰਗਵਾਚੀ ਯਾਨੀ ਕਿ ਮਸਕਲਿਨ ਹੈ, ਨਾਲ ਇਹ ਨਾਊਨ ਸ਼ਬਦ ਹੈ। ਗੱਗੇ ਦੀ ਲੱਗੀ ਹੋਈ ਔਂਕੜ ਦੀ ਜਿਹੜੀ ਮਾਤਰਾ ਹੈ ਉਹ ਇੱਕ ਵਚਨ ਸਿੰਗੂਲਰ ਦੀ ਇਹ ਲਿਖਾਏਗਾ ਜੀ। ਜਨ ਨਾਨਕ ਵਿਰਲੇ ਕਈ। ਇਸੇ ਤਰ੍ਹਾਂ ਸਮਸਤ ਗੁਰਬਾਣੀ ਦੇ ਵਿੱਚ, ਸਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਇਸੇ ਤਰ੍ਹਾਂ ਹੀ ਸ਼ਬਦਾਂ ਦੇ ਕਿਸੇ ਵੀ ਸ਼ਬਦ ਦਾ, ਮੈਂ ਇੱਥੇ ਇੱਕ ਜ਼ਰੂਰ ਗੱਲ ਨੂੰ ਖਿਆਲ 'ਚ ਰੱਖਣਾ ਹੈ, ਮੈਂ ਅਖੀਰਲੇ ਅੱਖਰ ਦੀ ਲੱਗੀ ਹੋਈ ਸਿਹਾਰੀ ਦੀ ਮਾਤਰਾ ਤੇ ਔਂਕੜ ਦੀ ਮਾਤਰਾ ਦੀ ਗੱਲ ਕਰ ਰਿਹਾ। ਸੈਂਟਰ ਵਿੱਚ ਲੱਗੀ ਹੋਈ ਸਿਹਾਰੀ ਦੀ ਮਾਤਰਾ ਜਾਂ ਔਂਕੜ ਦੀ ਮਾਤਰਾ ਦੀ ਗੱਲ ਨਹੀਂ ਕਰ ਰਿਹਾ। ਇਹਨੂੰ ਖਿਆਲ 'ਚ ਰੱਖਣਾ ਹੈ। ਸ਼ਬਦ ਦੇ ਜਿੱਦਾਂ ਇਹ ਈਡੀ ਨੂੰ ਸਿਹਾਰੀ ਦੀ ਮਾਤਰਾ ਲੱਗੀ ਆ ਜਾਂ ਅੜਾੜੇ ਨੂੰ ਸਿਹਾਰੀ ਦੀ ਮਾਤਰਾ ਲੱਗੀ, ਜਦੋਂ ਸ਼ਬਦ ਦੇ ਪਹਿਲੇ ਅੱਖਰ ਤੋਂ ਪਹਿਲੇ ਵਾਲੇ ਅੱਖਰ ਦੇ ਨਾਲ ਜਾਂ ਕਿਸੇ ਵੀ ਸ਼ਬਦ ਦੇ ਸ਼ੁਰੂਆਤ ਵਿੱਚ, ਜਿੱਦਾਂ ਇੱਥੇ ਦੱਦੇ ਨੂੰ ਸਿਹਾਰੀ ਆ ਸ਼ੁਰੂਆਤ ਵਿੱਚ, ਸਟਾਰਟਿੰਗ ਦੇ ਵਿੱਚ, ਜਾਂ ਫਿਰ ਸੈਂਟਰ ਦੇ ਵਿੱਚ ਸਿਹਾਰੀ ਦੀ ਮਾਤਰਾ ਜਾਂ ਔਂਕੜ ਦੀ ਮਾਤਰਾ ਲੱਗੀ ਹੋਏਗੀ ਨਾ ਸੰਗਤ ਜੀ, ਉਹ ਸਿਹਾਰੀ ਦੀ ਮਾਤਰਾ ਤੇ ਔਂਕੜ ਦੀ ਮਾਤਰਾ ਨੂੰ ਅਸੀਂ ਜ਼ਰੂਰ ਉਚਾਰਨ ਕਰਨਾ। ਪਰ ਨੁਕਤਾ ਇਹ ਸਮਝਣ ਵਾਲਾ ਹੈ, ਜੇ ਇਹ ਨੁਕਤਾ ਤੁਸੀਂ ਸਮਝ ਗਏ, ਮੈਂ ਸਮਝਦਾ 100% ਗੁਰੂ ਸਾਹਿਬ ਦੀ ਪਾਵਨ ਜਿਹੜੀ ਬਾਣੀ ਆ, ਜਿਹੜੇ ਸੱਜਣ ਪੰਜਾਬੀ ਚੰਗੀ ਤਰ੍ਹਾਂ ਪੜ੍ਹ ਲੈਂਦੇ ਆ, ਬੋਲ ਲੈਂਦੇ ਆ, ਉਹਨਾਂ ਨੂੰ ਗੁਰਬਾਣੀ ਦਾ ਪਾਠ ਕਰਨਾ ਬੜਾ ਸੌਖਾ ਹੋ ਜਾਣਾ ਜੀ। ਅਖੀਰਲੇ ਅੱਖਰ ਨੂੰ ਲੱਗੀ ਸਿਹਾਰੀ ਦੀ ਮਾਤਰਾ, ਔਂਕੜ ਦੀ ਮਾਤਰਾ ਅਸੀਂ ਪ੍ਰੋਨਾਂਸ ਨਹੀਂ ਕਰਨੀ। ਪਰ ਜਦੋਂ ਸੈਂਟਰ ਵਿੱਚ ਸਿਹਾਰੀ ਦੀ ਮਾਤਰਾ ਲੱਗੇ ਜਾਂ ਸਟਾਰਟਿੰਗ ਦੇ ਵਿੱਚ ਸਿਹਾਰੀ ਦੀ ਮਾਤਰਾ ਆ ਜਾਏ, ਸਿਹਾਰੀ ਦੀ ਮਾਤਰਾ ਦਾ ਆਪਣਾ ਇੱਕ ਉਚਾਰਨ ਆ, ਹਰ ਇੱਕ ਮਾਤਰਾ ਦਾ ਆਪਣਾ ਇੱਕ ਉਚਾਰਨ ਆ, ਜਾਂ ਔਂਕੜ ਦੀ ਮਾਤਰਾ ਸਟਾਰਟਿੰਗ ਵਿੱਚ ਜਾਂ ਅਖੀਰ ਵਿੱਚ ਆ ਜਾਏ, ਮਾਫ ਕਰਨਾ ਸੈਂਟਰ ਵਿੱਚ ਆ ਜਾਏ, ਸੈਂਟਰ ਵਾਲੇ ਅੱਖਰ ਨੂੰ ਸਿਹਾਰੀ ਦੀ ਮਾਤਰਾ ਲੱਗੀ ਹੋਵੇ, ਤਾਂ ਉਸ ਵਕਤ ਅਸੀਂ ਔਂਕੜ ਦੀ ਮਾਤਰਾ ਦਾ ਪ੍ਰੋਪਰ ਉਚਾਰਨ ਕਰਨਾ ਹੈ। ਇੱਥੇ ਇੱਕ ਗੱਲ ਹੋਰ ਜਾਂਦਿਆਂ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ, ਇਸ ਗੱਲ ਨੂੰ ਵੀ ਜ਼ਰੂਰ ਖਿਆਲ 'ਚ ਰੱਖੋ। ਇਹ ਤਾਂ ਹੈ ਗੁਰਬਾਣੀ ਦੇ ਉਹਨਾਂ ਅੱਖਰਾਂ ਦੀ ਗੱਲ ਜਿਹੜੇ ਅੱਖਰਾਂ ਵਿੱਚ ਹਾ ਅੱਖਰ ਨਹੀਂ ਹੁੰਦਾ, ਜਾਣੀ ਕਿ ਜਦੋਂ ਕੋਈ ਵੀ ਸ਼ਬਦ ਐਸਾ ਹੋਵੇ ਸੰਗਤ ਜੀ ਜਿਸ ਸ਼ਬਦ ਦਾ ਅਖੀਰਲਾ ਅੱਖਰ ਹਾ ਅੱਖਰ ਹੋਵੇ, ਸੁਣੋ ਇਹਨੂੰ ਵੀ ਧਿਆਨ ਨਾਲ ਜੀ, ਕੋਈ ਵੀ ਸ਼ਬਦ ਐਸਾ ਹੋਵੇ ਜਿਸ ਸ਼ਬਦ ਦਾ ਅਖੀਰਲਾ ਅੱਖਰ ਹਾ ਅੱਖਰ ਹੋਵੇ, ਹਾਹੇ ਅੱਖਰ ਨੂੰ ਲੱਗੀ ਹੋਈ ਔਂਕੜ ਦੀ ਮਾਤਰਾ ਤੇ ਹਾ ਅੱਖਰ ਨੂੰ ਲੱਗੀ ਹੋਈ ਸਿਹਾਰੀ ਦੀ ਜਿਹੜੀ ਮਾਤਰਾ ਹੈ ਉਹ ਅਸੀਂ ਜ਼ਰੂਰ ਉਚਾਰਨ ਕਰਨੀ ਹੈ ਜੀ। ਇਹਨਾਂ ਸ਼ਬਦਾਂ ਦੇ ਵਿੱਚ ਉਹ ਮਾਤਰਾ ਉਚਾਰਨ ਹੁੰਦੀ ਹੈ, ਕਿਉਂਕਿ ਮੈਂ ਹੁਣ ਇਹਨੂੰ ਬਹੁਤਾ ਨਹੀਂ ਲੰਮਾ ਖਿੱਚਾਂਗਾ ਕਿਉਂਕਿ ਵੀਡੀਓ ਬੜੀ ਲੰਮੀ ਹੋ ਜਾਏਗੀ। ਮੈਂ ਫਿਰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਹਾ ਅੱਖਰ ਨੂੰ ਲੱਗੀ ਸਿਹਾਰੀ ਦੀ ਮਾਤਰਾ ਜਾਂ ਔਂਕੜ ਦੀ ਮਾਤਰਾ ਇਹਦੇ ਸੰਬੰਧ ਵਿੱਚ ਜਾਣਕਾਰੀ ਸਾਂਝੀ ਕਰ ਦਾਂਗਾ। ਹਾਲਾਂਕਿ ਮੇਰੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਨੇ, ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਆ ਜਿਨ੍ਹਾਂ ਵਿੱਚ ਹਾ ਅੱਖਰ ਜਿਹੜਾ ਜਦੋਂ ਅਖੀਰ ਦੇ ਵਿੱਚ ਆਉਂਦਾ ਹੈ ਉਹਨੂੰ ਲੱਗੀ ਔਂਕੜ ਦੀ ਮਾਤਰਾ ਜਾਂ ਸਿਹਾਰੀ ਦੀ ਮਾਤਰਾ ਦਾ ਅਸੀਂ ਉਚਾਰਨ ਕਿਵੇਂ ਕਰਦੇ ਹਾਂ, ਮੈਂ ਸਾਰੀ ਜਾਣਕਾਰੀ ਸਾਂਝੀ ਕੀਤੀ ਹੋਈ ਹੈ ਜੀ। ਮੈਂ ਮੋਟੇ ਜਿਹੇ ਤੌਰ ਤੇ ਦੱਸ ਦੇਣਾ ਚਾਹਾਂਗਾ, ਜਦੋਂ ਕੋਈ ਵੀ ਸ਼ਬਦ ਐਸਾ ਹੋਵੇ ਜਿੱਥੇ ਅਖੀਰ ਵਿੱਚ ਹਾ ਅੱਖਰ ਹੋਵੇ, ਕਿਉਂਕਿ ਇਸ ਗੱਲ ਨੂੰ ਖਿਆਲ 'ਚ ਰੱਖਿਓ, ਜਦੋਂ ਗੁਰਬਾਣੀ ਲਿਪੀ ਨੂੰ ਤੁਸੀਂ ਪੜ੍ਹੋਗੇ ਨਾ ਜੀ, ਗੁਰਬਾਣੀ ਅੱਖਰਾਂ ਨੂੰ, ਤੇ ਗੁਰਬਾਣੀ ਅੱਖਰਾਂ ਵਿੱਚ ਹਾ ਅੱਖਰ ਇੱਕ ਐਸਾ ਅੱਖਰ ਆ ਜਿਹੜਾ ਵਿਅੰਜਨ ਦੇ ਤੌਰ ਤੇ ਵੀ ਹੁੰਦਾ ਜੀ ਤੇ ਜਿਹੜਾ ਸਵਰ ਤੌਰ ਤੇ ਵੀ ਹੁੰਦਾ। ਜਦੋਂ ਹਾ ਅੱਖਰ ਅਖੀਰ ਦੇ ਵਿੱਚ ਸਵਰ ਰੂਪ ਵਿੱਚ ਹੁੰਦਾ ਹੈ ਨਾ ਜੀ, ਤੇ ਸਵਰ ਰੂਪ ਵਿੱਚ ਹਾਹੇ ਅੱਖਰ ਦੇ ਪੈਰ ਦੀ ਲੱਗੀ ਹੋਈ ਔਂਕੜ ਦੀ ਮਾਤਰਾ ਤੇ ਸਿਹਾਰੀ ਦੀ ਮਾਤਰਾ ਉਚਾਰਨ ਦਾ ਵਿਸ਼ਾ ਬਣ ਜਾਂਦੀ ਹੈ ਜੀ। ਜਿੱਦਾਂ ਅਸੀਂ ਕਿਰਿਆਵਾਚੀ ਸ਼ਬਦਾਂ ਵਿੱਚ ਪੜ੍ਹਦੇ ਹਾਂ, ਗਾਵੈ, ਸੁਣੈ, ਪੜ੍ਹੈ, ਇਹ ਸ਼ਬਦ, ਇਸੇ ਤਰ੍ਹਾਂ ਗਾਵੋ, ਸੁਣੋ, ਪੜ੍ਹੋ, ਹਾ ਅੱਖਰ ਅਖੀਰ ਵਿੱਚ ਔਂਕੜ ਦੀ ਮਾਤਰਾ ਸਹਿਤ ਤੇ ਸਿਹਾਰੀ ਦੀ ਮਾਤਰਾ ਸਹਿਤ ਉਚਾਰਨ ਦਾ ਹਿੱਸਾ ਬਣ ਰਿਹਾ ਹੈ। ਤੋ ਇਹ ਇੱਕ ਵੱਖਰਾ ਜਿਹੜਾ ਉਹ ਵਿਸ਼ਾ ਹੈ। ਪਰ ਅੱਜ ਦੇ ਜਿਹੜੇ ਇਸ ਪ੍ਰੋਗਰਾਮ ਵਿੱਚ ਜਿਹੜੀ ਜਾਣਕਾਰੀ ਸੀ, ਇਹਨੂੰ ਜੇ ਤੁਸੀਂ ਸਮਝ ਜਾਓਗੇ ਤੇ ਮੈਂ ਸਮਝਦਾ ਤੁਹਾਨੂੰ ਗੁਰਬਾਣੀ ਦਾ ਪਾਠ ਕਰਨਾ ਬੜਾ ਸੌਖਾ ਹੋ ਜਾਏਗਾ। ਬਸ ਇਹ ਯਾਦ ਰੱਖੋ ਵੀ ਕੋਈ ਵੀ ਸ਼ਬਦ ਹੋਵੇ ਅਖੀਰਲੇ ਅੱਖਰ ਨੂੰ ਲੱਗੀ ਸਿਹਾਰੀ ਦੀ ਮਾਤਰਾ ਜਾਂ ਅਖੀਰਲੇ ਅੱਖਰ ਨੂੰ ਲੱਗੀ ਹੋਈ ਔਂਕੜ ਦੀ ਜਿਹੜੀ ਮਾਤਰਾ ਹੈ
ਇਹ ਅਸੀਂ ਉਚਾਰਨ ਨਹੀਂ ਕਰਨੇ। तो मैं उम्मीद करदा संगत जी ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਜ਼ਰੂਰ ਸਮਝ ਵਿੱਚ ਆ ਗਿਆ ਹੋਵੇਗਾ ਤੇ ਵੱਧ ਤੋਂ ਵੱਧ ਸੰਗਤ ਨਾਲ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਘਰ ਘਰ ਵਿੱਚ ਗੁਰਬਾਣੀ ਦਾ ਜਿਹੜਾ ਇਹ ਮੈਸੇਜ ਆ ਉਹ ਪਹੁੰਚ ਸਕੇ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ